ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਅਨੇਕ ਭਗਤ, ਜਿਨ੍ਹਾਂ ਵਿੱਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ। ਚੂੰਕਿ ਭਗਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ। ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿਦਿਆ ਆਪਣੇ ਸੰਸਕਾਰ ਚੂੰਕਿ ਬ੍ਰਾਹਮਣਾਂ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪ ਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਤੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਚੂੰਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ। ਵਿਰਾਸਤ ਚੋਂ ਮਿਲਿਆ ਸੀ ਗੀਤ ਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਇਹ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ, ਇਹ ਆਪ ਦਾ ਰੋਜ਼ਮर्रा ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ, ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦ ਕਿ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਾ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਬਿਠਲ ਦੇ ਮੰਦਰ ਦੇ ਵਿੱਚ ਗੀਤ ਗੋਬਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ, ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਦੇ ਵਿੱਚ ਸਿਰਫ 2 ਦਿਨ ਰਹਿ ਗਏ। ਗੀਤ ਗੋਬਿੰਦ ਦੇ ਵੀ ਸਿਰਫ 2 ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਜੈਦੇਵ ਦੇ ਦਿਮਾਗ ਦੇ ਚੋਂ ਕੋਈ ਗੀਤ ਦੀ ਲਾਈਨ ਨਾ ਆਈ ਤੇ ਕਲਮ ਲਿਖਣ ਦੇ ਵਿੱਚ ਅਸਮਰਥ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀ ਪੌੜੀ ਵਿੱਚ ਇੰਜ ਕਲਮਬੰਦ ਕਰਦੇ ਨੇ। ਪ੍ਰੇਮ ਭਗਤ ਜੈਦੇਵ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੇ, ਲੀਲਾ ਚਲਤ ਵਖਾਣ ਦਾ, ਅੰਤਰ ਜਾਮੀ ਠਾਕੁਰ ਭਾਵੇ, ਪਰ ਅੱਖੜ ਇੱਕ ਨਾ ਆਵੜੋ, ਬਨ ਪੁਸਤਕ ਸੰਧਿਆ ਕਰ ਆਵੇ। ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥ ਨੂੰ ਨਾਲ ਲੈ ਜਾਂਦੇ ਸਨ। ਨਦੀ ਤਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮर्रा ਦੇ ਨਿਤਨੇਮ ਤੋਂ ਫਾਰਗ ਹੋ ਕੇ ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਬਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਘਰ ਲਿਆਉਂਦੇ ਸਨ ਔਰ ਰੋਜ਼ਮर्रा ਦੇ ਕਰਮ ਵਿੱਚ ਮਸ਼ਗੂਲ ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ, ਅੱਜ ਪੰਕਤੀ ਨਹੀਂ ਬਣੀ। ਗੀਤ ਗੋਬਿੰਦ ਨੂੰ ਸੰਪੂਰਨ ਕਰਨਾ ਹੈ, ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਬਿੰਦ ਵਿੱਚ ਸਿਰਫ 1-2 ਪੰਕਤੀਆਂ ਹੀ ਰਹਿ ਗਈਆਂ ਜੋ ਸ਼੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨਹੀਂ ਔਰ ਕਲਮ ਲਿਖਣ ਵਿੱਚ ਅਸਮਰਥ ਹੈ। ਐਸੀ ਇਹ ਕੋਈ ਗੈਬੀ ਲੀਲਾ ਵਰਤੀ। ਨਿਰਾਸ਼ ਹੋ ਕੇ ਜਦ ਘਰ ਲੌਟੇ ਤਾਂ ਆਪ ਨੇ ਪਤੀਵਰਤਾ ਸੁਪਤਨੀ ਪਦਮਾਵਤੀ ਨੇ ਪੁੱਛਿਆ ਕਾਰਨ। ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਵਿੱਚ ਪਤਨੀ ਵੀ ਸ਼ਾਮਲ ਹੋਈ। ਔਰ ਇਹ ਹਕੀਕਤ ਹੈ, ਜਦ ਕੋਈ ਮਹਾਨ ਦਾਰਸ਼ਨਿਕ, ਮਹਾਨ ਕਵੀ ਕਿਸੇ ਉਲਝਣ ਵਿੱਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਆਉਂਦਾ ਜਾਂ ਉਸ ਦੇ ਦਿਮਾਗ ਦੇ ਚੋਂ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ, ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ, ਦਰਦ ਉਸ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ, ਇਹ ਉਹ ਕਵੀ ਹੀ ਜਾਣਦਾ ਹੈ, ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ। ਤਾਂ ਕਾਫੀ ਦੁਖੀ ਤੇ ਚਿੰਤਾਤਰ ਮਨ ਨਾਲ ਰਾਤ ਨੂੰ ਸੌਂ ਗਏ। ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ਮर्रा ਦੇ ਕਰਮ ਦੇ ਮੁਤਾਬਕ ਗ੍ਰੰਥ ਚੁੱਕਿਆ, ਪਰ ਪਤਨੀ ਨੇ ਆਖਿਆ ਨਹੀਂ, ਤੁਸੀਂ ਪਹਿਲੇ ਜਾਓ ਨਦੀ ਤਟ ਤੇ ਇਸ਼ਨਾਨ ਕਰੋ। ਰੋਜ਼ਮर्रा ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ, ਪ੍ਰਭੂ ਭਗਤੀ ਕਰੋ, ਨਿਤਨੇਮ ਕਰੋ, ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ। ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰਿਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ, ਆਪ ਰਹਿਮਤ ਕਰਨਗੇ। ਕਹਿੰਦੇ ਨੇ ਪਤਨੀ ਦੀ ਇਹ ਗੱਲ ਮੰਨ ਚਿੰਤਾਤੁਰ ਮਨ ਦੇ ਨਾਲ ਸ਼੍ਰੀ ਜੈਦੇਵ
ਨਦੀ ਤਟ ਦੀ ਤਰਫ ਜਾ ਰਹੇ ਨੇ, ਸੋਚਦੇ ਹੋਇਆ ਕਿ ਕੋਈ ਲਾਈਨ, ਕੋਈ ਪੰਕਤੀ ਦਿਮਾਗ ਦੇ ਚੋਂ ਉਭਰੇ, ਪਰ ਕੁਛ ਉਭਰਦੀ ਦਿਖਾਈ ਨਹੀਂ ਦਿੰਦੀ। ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਹੋਇਆ ਹੈ, ਜਿਹਦੇ 'ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ, ਸਿਆਰਾ ਵੀ ਨਹੀਂ। ਕਹਿੰਦੇ ਨੇ ਇਧਰ ਜੈਦੇਵ ਰੁਖਸਤ ਹੋਏ ਨਦੀ ਤਟ ਦੀ ਤਰਫ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ। ਜੈਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈਦੇਵ ਦੇ ਘਰ ਆਇਆ ਤੇ ਗੀਤ ਗੋਵਿੰਦ ਦੀਆਂ 2 ਪੰਕਤੀਆਂ ਲਿਖ ਦਿੱਤੀਆਂ, ਸੁਨਹਿਰੀ ਸਿਆਹੀ ਦੇ ਚ ਲਿਖੀਆਂ, ਜਦ ਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਚ ਲਿਖਿਆ। ਲਿਖਦੇ ਆਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ, ਰਸਤੇ 'ਚ ਹੀ ਵਾਪਸ ਆ ਗਏ, ਇਸ਼ਨਾਨ ਨਹੀਂ ਕੀਤਾ, ਨਿਤਨੇਮ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਤਾਂ ਜੈਦੇਵ ਜੋ ਵਾਸਤਵਿਕ ਗੁਣ ਨਿਧਾਨ ਪ੍ਰਭੂ ਆਪ ਸਨ, ਕਹਿਣ ਲੱਗੇ ਪੰਕਤੀ ਫੁਰ ਗਈ ਸੀ, ਲਿਖਣ ਲਈ ਵਾਪਸ ਆ ਗਿਆ। ਗ੍ਰੰਥ ਸੰਪੂਰਨ ਹੋ ਗਿਆ, ਗ੍ਰੰਥ ਮੁਕੰਮਲ ਹੋ ਗਿਆ। ਗੀਤ ਗੋਵਿੰਦ ਸੰਪੂਰਨ ਕਰਕੇ ਅਲੋਪ ਹੋ ਗਈ ਇਹ ਅਗੰਮੀ ਸ਼ਕਤੀ। ਪਦਮਾਵਤੀ ਭੋਜਨ ਬਣਾਉਣ ਦੇ ਚਲੀਨ। ਇਤਨੀ ਦੇਰ ਦੇ ਚ ਸ਼੍ਰੀ ਜੈਦੇਵ ਜੀ ਮਹਾਰਾਜ ਨਦੀ ਤਟ ਤੋਂ ਇਸ਼ਨਾਨ ਕਰਕੇ ਵਾਪਸ ਆਏ। ਗੋਬਿੰਦ ਗੋਬਿੰਦ ਦੀ ਧੁਨ ਗੀਤ ਅਲਾਪਦੇ ਆ। ਘਰ ਦੇ ਚ ਪ੍ਰਵੇਸ਼ ਹੁੰਦਿਆਂ ਕੀ ਦੇਖਦੇ ਨੇ, ਪਤਨੀ ਭੋਜਨ ਛਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ, ਮੈਂ ਬ੍ਰਾਹਮਣ ਹੋ ਕੇ ਕੁਛ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ, ਪਰ ਤੂੰ ਵੀ ਭੁੱਲ ਗਈ। ਮੈਨੂੰ ਖਿਲਾ ਕੇ ਹੀ ਤੂੰ ਖਾਂਦੀ ਹੁੰਦੀ ਸੀ, ਅੱਜ ਕੀ ਹੋ ਗਈ? ਬਹੁਤ ਭੁੱਖ ਲੱਗੀ? ਕਹਿਣ ਲੱਗੇ, ਨਹੀਂ, ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ, ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਸ ਖੁਸ਼ੀ ਚ ਮੈਂ ਤੁਹਾਨੂੰ ਭੋਜਨ ਛਕਾਇਆ ਹੈ, ਪਰ ਹੁਣ ਖੁਸ਼ੀ ਇਤਨੀ ਪ੍ਰਬਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ। ਜੈਦੇਵ ਸੁਣ ਕੇ ਦੰਗ ਰਹਿ ਗਿਆ, ਹੈ ਮੈਂ ਭੋਜਨ ਛਕਿਆ ਔਰ ਗੀਤ ਗੋਬਿੰਦ ਸੰਪੂਰਨ ਹੋ ਗਿਆ ਹੈ? ਹਾਂ, ਸੰਪੂਰਨ ਹੋ ਗਿਆ, ਤੁਸੀਂ ਖੁਦ ਤੇ ਕਿਹਾ। ਔਰ ਉਹ 2 ਲਾਈਨਾਂ ਤੁਸੀਂ ਸੁਨਹਿਰੀ ਸਿਆਹੀ ਦੇ ਨਾਲ ਲਿਖੀਆਂ ਨੇ, ਮੈਂ ਖੁਦ ਵੇਖੀਆਂ ਨੇ। ਭੱਜੇ ਹੋਏ ਜੈਦੇਵ ਗਏ, ਗ੍ਰੰਥ ਨੂੰ ਖੋਲਦੇ ਨੇ, ਵਾਕਈ ਗ੍ਰੰਥ ਸੰਪੂਰਨ 2 ਪੰਕਤੀਆਂ ਸੁਨਹਿਰੀ ਸਿਆਹੀ ਨਾਲ ਲਿਖੀਆਂ ਹੋਈਆਂ ਨੇ। ਅੱਖਰ ਪਰ ਪ੍ਰਤੀਤ ਕਰ ਹੋਏ ਵਿਸਮਾਦ ਨਾ ਅੰਗ ਸਮਾਵੇ। ਜੈਸੇ ਉਸ ਪੰਕਤੀ ਨੂੰ ਪੜ੍ਹਦੇ ਨੇ, ਵਿਸਮਾਦ ਘਰ ਦੇ ਚਲੇ ਗਏ, ਅਰਚਜਤਾ ਤੇ ਰਹਿਸ ਦੇ ਚਲੀਨ ਹੋ ਗਏ। ਇੱਕਦਮ ਆਪ ਤੇ ਸਰੂਰ ਤਾਰੀ ਹੋਇਆ। ਅਰਦਾਸ ਕੀਤੀ, ਹੇ ਤ੍ਰਿਭੁਵਨ ਧਨੀ, ਹੇ ਪਰਿਪੂਰਨ ਪ੍ਰਮਾਤਮਾ, ਤੂੰ ਮੇਰੇ ਦਿਮਾਗ ਦੇ 'ਚ ਹੀ ਥੋੜੀ ਸ਼ਕਤੀ ਪਾ ਦੇਂਦਾ, ਇਹ ਮੈਂ ਆਪ ਲਿਖ ਲੈਂਦਾ। ਇਹ ਖੇਚਲਾਂ ਤੁਸੀਂ ਕਿਉਂ ਕੀਤੀਆਂ? ਤਾਂ ਕਹਿੰਦੇ ਨੇ, ਅਲਹਾਮ ਹੋਇਆ, ਆਕਾਸ਼ ਬਾਣੀ ਹੋਈ, ਅੰਤਰਾਤਮਾ ਬੋਲੀ, ਜੈਦੇਵ ਜਾਣ ਬੁੱਝ ਕੇ ਅਸੀਂ ਤੇਰੇ ਦਿਮਾਗ ਦੇ 'ਚ ਇਹ ਕਮੀ ਪਾਈ, ਖੁਦ ਲਿਖੀਆਂ, ਤਾਂ ਕਿ ਤੈਨੂੰ ਕਿਧਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ ਹੈ, ਇਸ ਦਾ ਕਰਤਾ ਮੈਂ ਹਾਂ। ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ, ਮੇਰੇ ਨਾਲੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ। ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗਿਆ, ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਤੇ ਮੇਰੇ ਵਿੱਚ ਕੋਈ ਵਿੱਥ ਹੋਵੇ। ਬਾਰ-ਬਾਰ ਧੰਨਵਾਦ ਦੇ ਨਾਲ ਭਰੇ ਜੈਦੇਵ ਅਸ਼ਕਬਾਰ ਹੋ, ਬਾਰ-ਬਾਰ ਸਜਦੇ ਜਿ ਛੋਏ, हे ਪ੍ਰਭੂ, ਲੱਖ ਲੱਖ ਤੇਰਾ ਸ਼ੁਕਰ। ਅੱਜ ਪਤਾ ਚੱਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ, ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ, ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ, ਜੋ ਮੈਂ ਕਰਦਾ ਇਹ ਵੀ ਤੇਰੀ ਤਾਕਤ ਹੈ, ਔਰ ਜੋ ਮੈਂ ਸੋਚਦਾ हे ਪ੍ਰਭੂ ਇਹ ਵੀ ਤੇਰੀ ਸ਼ਕਤੀ ਹੈ। ਵਾਸਤਵਿਕ ਮੇਰੇ ਰੋਮ ਰੋਮ ਵਿੱਚ ਤੂੰ ਹੀ ਕੰਮ ਕਰ ਰਿਹਾ ਹੈ, ਤੂੰ ਹੀ ਵਸਿਆ, ਤੂੰ ਹੀ ਰਮਿਆ ਹੈ। ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਬਿੰਦ ਨਾਮਕ ਗ੍ਰੰਥ ਭਗਤਾਂ ਦੀ ਦੁਨੀਆ 'ਚ ਬਹੁਤ ਹੀ ਪ੍ਰਸਿੱਧ ਹੈ, ਔਰ ਇਹਨੂੰ ਪੜ੍ਹ ਕੇ ਭਗਤ ਜਨ ਆਨੰਦ ਲੈਂਦੇ ਨੇ। ਗੀਤ ਗੋਬਿੰਦ ਦੇ ਕੁਝ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ, ਔਰ ਇਹਨਾਂ ਗੀਤਾਂ ਵਿੱਚ ਭਗਤੀ ਭਾਵ, ਗਿਆਨ, ਵੈਰਾਗ ਸਭ ਕੁਝ ਦੈਵੀ ਗੁਣ ਸਮੋ ਦਿੱਤੇ ਨੇ ਭਗਤ ਸ਼੍ਰੀ ਜੈਦੇਵ ਜੀ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਆਪ ਦਾ ਇੱਕ ਸੰਸਕ੍ਰਿਤ ਦੇ 'ਚ ਬੜਾ ਹੀ ਸੋਹਣਾ ਪਦਾ ਉਚਾਰਨ ਕੀਤਾ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਗੁਜਰੀ ਰਾਗ ਦੇ ਅੰਦਰ ਦਰਜ ਹੈ। ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਹੇ ਮਨ, ਕੇਵਲ ਰਾਮ ਨਾਮ ਦਾ ਰਮਣ ਕਰ ਤੇ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਪਾਨ ਕਰ। ਰਾਮ ਕੌਣ? ਰਾਮ ਕੈਸਾ ਹੈ? ਕਿਸ ਰਾਮ ਦਾ ਅੰਮ੍ਰਿਤ ਪਾਨ ਕਰੀਏ? ਕਿਸ ਰਾਮ ਦਾ ਚਿੰਤਨ ਕਰੀਏ? ਕਿਸ ਰਾਮ ਦੇ ਸੁਰਤ ਲੀਨ ਕਰੀਏ?
तो उस राम दी आप तशरीह करते ने, उस राम दी आप व्याख्या करते ने इस पदे दे विच। परमाद पुरख मनोपिमं सत्यादि भाव रतन पर मद भुतन पर कृत परन जद चिंत सर्ब गतन। परमाद जो परम आद है, अनादि है, जिसदा मूल नहीं लभ्या जा सकदा और जो सब दा मूल है, जिहदी बुनियाद दा कोई पता नहीं, जो सब दी बुनियाद है, जो सब दी जड़ है, जो सब दा आधार है। ऐसा जिहड़ा ब्रह्म है वो अनादि है, परमाद पुरख, वो फिर पूरे होया है। पुरख तो मुराद पुरी पुरी बसंता सा पुरखा, जो पुरियां पुरियां दे च रमिया आया है, व्यापक है, वो पुरख है। परमाद पुरख मनोपिमं, मनो उपमा तो रहत है। दरअसल मन अपने अनुभव दे च पूर्ण तौर ते परमात्मा नूं नहीं लिया सकदा। मन पूर्ण तौर ते जिस नूं सोच नहीं सकदा, मन जिस दी पूर्ण तौर ते कल्पना नहीं कर सकदा, ते जिस दी मन ही कल्पना नहीं कर सकदा, ਉਹਨੂੰ ਜ਼ਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ, ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ। ਕਿਉਂ ਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। ਕਲਪਨਾ ਦੀ ਪ੍ਰਵਾਜ਼ ਬੜੀ ਬੁਲੰਦ ਹੈ, ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ, ਚਾਹੇ ਕਲਪਨਾ ਦੀ ਪ੍ਰਵਾਜ਼ ਕਿਤਨੀ ਉੱਚੀ ਕਿਉਂ ਨਾ ਹੋਵੇ, ਕਿਤਨੀ ਦੂਰ ਦੀ ਕਿਉਂ ਨਾ ਹੋਵੇ, ਕਿਤਨੀ ਗਹਿਰੀ ਕਿਉਂ ਨਾ ਹੋਵੇ, ਫਿਰ ਵੀ ਪ੍ਰਮਾਤਮਾ ਮੇਰੀ ਕਲਪਨਾ ਦੇ ਚ ਨਹੀਂ ਆਉਂਦਾ। ਉਹ ਕਿਸੇ ਦੀ ਕਲਪਨਾ ਦੇ ਚ ਨਹੀਂ ਆਉਂਦਾ। ਮਨ ਦੀ ਸੋਚ ਤੋਂ ਪਰੇ, ਮਨ ਦੇ ਵਿਚਾਰ ਤੋਂ ਪਰੇ। ਇਸ ਵਾਸਤੇ ਆਪ ਕਹਿੰਦੇ ਨੇ ਮਨੋਪਿਮੰ, ਮਨੋ ਉਪਮਾ ਤੋਂ ਰਹਿਤ ਹੈ। ਪਰਮਾਦ ਪੁਰਖ ਮਨੋਪਿਮੰ ਸਤ ਆਦਿ ਭਾਵ ਰਤਨ, ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਤਿਆ ਹੋਇਆ ਹੈ। ਉਹ ਸਤ ਹੈ, ਉਹ ਚਿਤ ਪ੍ਰਕਾਸ਼ਮਈ ਹੈ ਔਰ ਉਹ ਆਨੰਦ ਸਰੂਪ ਹੈ। ਇੱਕ ਪੰਕਤੀ ਦੇ ਵਿੱਚ ਰਾਮ ਦੀ ਵਿਆਖਿਆ ਇੰਜ ਕਰਦੇ ਨੇ, ਪ੍ਰਮਾਦ ਪੁਰਖ ਮਨੋਪਿਮੰ ਸਤ ਆਦਿ ਭਾਵ ਰਤਨ ਪਰਮ ਅਦਭੁਤਨ, ਪਰਮ ਅਦਭੁਤ ਰੂਪ ਹੈ, ਪਰਮ ਆਸ਼ਚਰਜ ਰੂਪ ਹੈ। ਮਨੁੱਖ ਉੱਥੇ ਆਸ਼ਚਰਜ ਹੋ ਜਾਂਦਾ ਹੈ, ਹੈਰਾਨ ਹੋ ਜਾਂਦਾ ਹੈ, ਬਿਸਮਾਦ ਹੋ ਜਾਂਦਾ ਹੈ। ਜਿਹਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ, ਜਿਹਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ, ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ, ਫਿਰ ਵੀ ਉਹ ਬਚ ਰਹੇ। ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ, ਉੱਥੇ ਬਿਸਮਾਦ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ। ਉੱਥੇ ਆਸ਼ਚਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ। ਕਹਿੰਦੇ ਨੇ ਇੱਕ ਬੱਚਾ ਰਹਿਸ ਦੇ ਚ ਜੀਉਂਦਾ ਹੈ, ਇੱਕ ਕਵੀ ਰਹਿਸ ਦੇ ਚ ਜੀਉਂਦਾ ਹੈ, ਇੱਕ ਸੰਤ ਰਹਿਸ ਦੇ ਚ ਜੀਉਂਦਾ ਹੈ। ਅਜੋਕਾ ਸਮਾਂ ਚੂੰਕਿ ਇਸ ਢੰਗ ਦਾ ਬਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਝ ਜਾਣਦਾ, ਚਾਹੇ ਕੁਝ ਵੀ ਨਹੀਂ ਜਾਣਦਾ। ਮੈਂ ਤੇ ਸਭ ਕੁਝ ਵੇਖ ਲਿਆ, ਮੈਂ ਤੇ ਸਾਰਾ ਸੁਣ ਲਿਆ, ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ। ਅਗਰ ਐਸਾ ਕੋਈ ਦਾਵਾ ਕਰੇ ਤਾਂ ਆਸ਼ਚਰਜਤਾ ਨਹੀਂ ਪੈਦਾ ਹੁੰਦੀ, ਰਹਿਸ ਨਹੀਂ ਪੈਦਾ ਹੁੰਦਾ, ਬਿਸਮਾਦ ਨਹੀਂ ਪੈਦਾ ਹੁੰਦਾ। ਤੇ ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਨੇ। ਕਿਉਂਕਿ ਅੱਜ ਦੇ ਸਮੇਂ 'ਚ ਜਿਤਨੇ ਕਾਲਜ ਨੇ, ਜਿਤਨੇ ਵਿਦਿਆਲੇ ਨੇ, ਇਹ ਪਹਿਲੇ ਨਹੀਂ ਸੀ। ਅਜੋਕੀ ਵਿਦਿਆ ਨੇ ਭਾਵੇਂ ਕੁਝ ਦਿੱਤਾ ਹੈ ਜਾਂ ਨਹੀਂ, ਲੇਕਿਨ ਰਹਿਸ ਨੂੰ ਖਤਮ ਜ਼ਰੂਰ ਕੀਤਾ ਹੈ, ਵਿਸਮਾਦ ਨੂੰ ਖਤਮ ਜ਼ਰੂਰ ਕੀਤਾ ਹੈ। ਮਨੁੱਖ ਦੀ ਦੁਨੀਆ ਦੇ ਵਿੱਚ ਜੋ ਇੱਕ ਵਿਸਮਾਦ ਸੀ, ਰਹਿਸ ਸੀ, ਉਹ ਖਤਮ ਹੋ ਗਈ। ਉਹ ਅੱਜ ਦੇਖਣ ਨੂੰ ਨਹੀਂ ਮਿਲਦਾ। ਹਾਂ, ਬੱਚੇ ਕੋਲ ਇਹ ਵਿਸਮਾਦ ਹੈ, ਅਜੇ ਅਬੋਧ ਹੈ। ਉਸ ਦਾ ਵਿਸਮਾਦ ਅਬੋਧ ਅਵਸਥਾ ਤੇ ਖੜਾ ਹੈ, ਅਚੇਤ ਅਵਸਥਾ ਤੇ ਖੜਾ ਹੈ।